you are Punjab's first woman CP. How does that tag, that introduction make you feel? ਮੈਨੂੰ ਵੀ ਇਹ ਪਸੰਦ ਨਹੀਂ ਹੈ ਕਿ ਅਸੀਂ ਇਹ ਕਹੀਏ ਕਿ ਵੀ ਮੈਂ ਪਹਿਲੀ ਵੂਮਨ ਕਮਿਸ਼ਨਰ ਹਾਂ। The biggest misconception, ਇਹ ਬਹੁਤ ਰੂਡ ਹੈ। feel like you were at a disadvantage. ਉਹਦੇ ਵਿੱਚ ਕੋਈ ਇੱਕ ਬੰਦਾ, ਦੋ ਬੰਦੇ ਵਰਦੀ 'ਚ ਖੜੇ ਆ, ਉਸਦਾ ਇੰਪੈਕਟ ਇੰਨਾ ਹੁੰਦਾ ਹੈ ਕਿ ਗਲਤ ਬੰਦੇ ਨੂੰ ਉਸਦਾ ਡਰ ਪੈਂਦਾ ਹੈ। Women helpline number. ਮੈਟਰੀਮੋਨੀਅਲ ਡਿਸਪਿਊਟਸ ਕਾਫੀ ਆਉਂਦੇ ਹਨ, ਪੈਨਿਕ ਕਾਲਸ। ਦੇ ਆਰ ਨਾਟ ਓਨਲੀ ਵਿਕਟਿਮਸ, ਦੇ ਆਰ ਐਕਟਿਵ ਕ੍ਰਿਮੀਨਲਸ ਆਲਸੋ। ਲੜਕੀ ਦੀ ਮੌਕੇ ਤੋਂ ਹੀ ਕਿਡਨੈਪਿੰਗ। ਸ਼ੀ ਰਿਮੈਂਬਰਡ ਕਿ ਮੈਮ ਤੁਸੀਂ ਖੁਦ ਪ੍ਰੈਗਨੈਂਟ ਸੀ। Oh wow. Is there a life beyond work? ਯੂ ਹੈਵ ਲੋਟ ਆਫ ਸਟਰੈਂਥਸ ਇਨਸਾਈਡ ਜਿਹੜੀਆਂ ਤੁਹਾਨੂੰ ਖੁਦ ਨਹੀਂ ਪਤਾ ਕਿ ਤੁਹਾਡੇ ਵਿੱਚ ਨੇ। Welcome to Scoop Out with Khyati. We're Punjab's first women-centric podcast. This is a podcast where we shatter gender roles, one uncomfortable conversation at a time. Policing, a field commonly dominated by men. In fact, according to a report published in 2022, 11.75% people in the Indian police force are women. And even out of the ones who are in the field, majority of them occupy junior ranks, with over 90% serving as constables. And yet there are exceptions. Exceptions like the woman sitting with us today, Ms. Dhanpreet Kaur. She's not just Jalandhar's first woman CP, but she's also the first woman in Punjab to become police commissioner. Welcome to Scoop Out with Khyati, ma'am. Thank you. So, ma'am, personally, I don't love these first woman to do so-and-so tags, especially because they somehow make me feel like we're still behind, you know. I mean, we're just getting Punjab's first woman CP. And I'm not sure if that's something we should celebrate or raise questions here. But that said, you are Punjab's first woman CP, a big milestone in itself. How does that tag, that introduction make you feel? ਫਸਟ ਆਈ ਐਗਰੀ ਵਿਦ ਯੂ ਕਿ ਮੈਨੂੰ ਵੀ ਇਹ ਪਸੰਦ ਨਹੀਂ ਹੈ ਕਿ ਅਸੀਂ ਇਹ ਕਹੀਏ ਕਿ ਵੀ ਮੈਂ ਪਹਿਲੀ ਵੂਮਨ ਕਮਿਸ਼ਨਰ ਹਾਂ। ਬਟ ਹਾਂ, ਜਿਵੇਂ ਫੈਕਟਸ ਹੈ ਸੋ ਮੈਂ ਫਸਟ ਕਮਿਸ਼ਨਰ ਆਫ ਪੁਲਿਸ ਹਾਂ ਅਤੇ ਜਲੰਧਰ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਮੈਨੂੰ ਇਹ ਲੱਗਦਾ ਇਹ ਆਪਣੀ ਪ੍ਰੋਫੈਸ਼ਨਲ ਕੰਪੀਟੈਂਸ ਅਤੇ ਜਿਵੇਂ ਦੀ ਸਾਡੀ ਹੁਣ ਤੱਕ ਦੀ ਨੌਕਰੀ ਦੇ ਵਿੱਚ ਜਿਵੇਂ ਦਾ ਅਸੀਂ ਕੰਮ ਕਰਦੇ ਰਹੇ, ਸੋ ਉਹਦੇ ਵਿੱਚ ਕਿਧਰੇ ਵੀ ਡਿਸੀਜ਼ਨ ਮੇਕਰਸ ਨੂੰ ਇਹ ਨਹੀਂ ਲੱਗਿਆ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਕ੍ਰਾਈਟੀਰੀਆ ਰੱਖਣ ਦੀ ਲੋੜ ਹੈ। ਸੋ ਮੈਨੂੰ ਇਹ ਲੱਗਦਾ ਇਸ 'ਚ ਮੇਰਾ ਕੁਐਸਚਨ ਇਹ ਹੁੰਦਾ ਕਿ ਵਾਈ ਨੋਟ। ਸੋ ਆਪਾਂ ਜਦ ਇਹ ਦੇਖਦੇ ਹਾਂ ਕਿ ਇਹ ਕਿਉਂ, ਤਾਂ ਮੈਨੂੰ ਲੱਗਦਾ ਕਿ ਕਿਉਂ ਨਹੀਂ। Right. ਸੋ ਮੈਨੂੰ ਲੱਗਦਾ ਉਹੀ ਚੀਜ਼ ਨੂੰ ਦੇਖਦੇ ਹੋਏ, ਉਸੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸੋ ਪੰਜਾਬ ਸਰਕਾਰ ਨੇ ਅਤੇ ਮਾਨਯੋਗ DGP ਸਾਹਿਬ ਨੇ ਇਸ ਚੀਜ਼ ਨੂੰ ਇਹ ਰੱਖਿਆ ਕਿ ਇਸ 'ਚ ਤਾਂ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਉਹਨਾਂ ਨੂੰ ਵੀ ਇਹੀ ਲੱਗਿਆ, ਜਿਵੇਂ ਮੈਨੂੰ ਵੀ ਇਹੀ ਲੱਗਿਆ ਅਤੇ ਜਿਵੇਂ ਤੁਹਾਨੂੰ ਵੀ ਪਹਿਲੀ ਵਾਰ 'ਚ ਇਹੀ ਲੱਗਿਆ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਬਟ ਅਗਲੇ ਨੂੰ ਆਪਣੀ ਕੰਪੀਟੈਂਸ, ਪ੍ਰੋਫੈਸ਼ਨਲ ਕੰਪੀਟੈਂਸ ਦੇ ਮੁਤਾਬਿਕ ਜੋ ਵੀ ਕੋਈ ਪੋਸਟਿੰਗ ਮਿਲ ਰਹੀ ਹੈ, ਚਾਹੇ ਉਹ ਮੇਲ ਹੈ, ਚਾਹੇ ਉਹ ਫੀਮੇਲ ਹੈ, ਇਟ ਸ਼ੁੱਡ ਬੀ ਗਿਵਨ ਐਂਡ ਇਟ ਸ਼ੁੱਡ ਬੀ ਸੈਲੀਬ੍ਰੇਟਡ। Bilkul. ਥੈਂਕ ਯੂ। That's true. Ma'am, let's talk about policing for a little bit. I'm sure it's not an easy field to be in. And before we talk about the challenges, I want to understand what it's not. So let's talk about the biggest misconception about the field of policing. The biggest misconception would be ਕਿ ਇਹ ਸੁਣਦੇ ਨਹੀਂ, ਇਹ ਬਹੁਤ ਰੂਡ ਹੈ, ਠੀਕ ਹੈ, ਇਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਨਾਲ ਗੱਲ ਕਰਨੀ ਹੈ ਅਤੇ ਇਹਨਾਂ ਨੂੰ ਸਾਡੀ ਗੱਲ ਸਮਝ ਵਿੱਚ ਨਹੀਂ ਆ ਰਹੀ। ਸੋ ਮੈਨੂੰ ਲੱਗਦਾ ਕਿ ਹਰੇਕ ਕਿਸੇ ਵੀ ਨੋਰਮਲ ਬੰਦੇ ਦੀ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇੰਟਰੈਕਸ਼ਨ ਅਗਰ ਆਪਾਂ ਕਹੀਏ 95% ਲੋਕਾਂ ਦੀ, ਉਹ ਹਾਰਡਲੀ 2 ਮਿੰਟ ਦੀ, 3 ਮਿੰਟ ਦੀ ਹੋਊਗੀ। ਜੀ। ਸੋ ਉਹਦੇ ਵਿੱਚ ਹੀ ਉਹ ਇੱਕ ਓਪੀਨੀਅਨ ਬਣ ਜਾਂਦਾ ਹੈ। ਬਿਲਕੁਲ। ਮਤਲਬ ਮੈਂ ਅਗਰ ਆਪਣਾ ਹੀ ਪਰਸਨਲ ਐਕਸਪੀਰੀਅੰਸ ਦੱਸਾਂ, ਨੌਕਰੀ 'ਚ ਆਉਣ ਤੋਂ ਪਹਿਲਾਂ ਮੇਰਾ ਪੁਲਿਸ ਐਜ਼ ਸੱਚ ਨਾਲ ਐਕਸਪੀਰੀਅੰਸ ਸਿਰਫ ਇਹ ਸੀ ਕਿ ਕਾਲਜ ਤੋਂ ਵਾਪਸ ਜਾਂਦੇ ਹੋਏ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਇੱਕ ਟ੍ਰੈਫਿਕ ਲੇਡੀ ਕਾਂਸਟੇਬਲ ਦੀ ਡਿਊਟੀ ਹੁੰਦੀ ਸੀ, ਦੈਟ ਵਾਜ਼ ਦ ਓਨਲੀ ਇੰਟਰੈਕਸ਼ਨ ਐਂਡ ਓਨਲੀ ਵਿਜ਼ੀਬਲ ਫੇਸ ਆਫ ਪੁਲਿਸਿੰਗ ਆਈ ਹੈਡ ਸੀਨ। ਸੋ ਅਸੀਂ ਦੂਰੋਂ ਹੀ ਦੇਖ ਲੈਂਦੇ ਸੀ, ਅੱਛਾ ਅੱਜ ਟ੍ਰੈਫਿਕ ਵਾਲੀ ਆਂਟੀ ਖੜੇ ਆ ਤਾਂ ਆਪਾਂ ਸਲੋ ਹੋ ਜਾਂਦੇ। ਜੀ। ਸੋ ਬਹੁਤ ਲੋਕਾਂ ਦੇ ਮਨ 'ਚ ਇਹ ਵੀ ਹੁੰਦਾ ਕਿ ਹਾਂਜੀ, ਮਤਲਬ ਉਹਨਾਂ ਨੇ ਗੱਲ ਹੀ ਇਸ ਤਰ੍ਹਾਂ ਕਰਨੀ ਹੈ ਕਿ ASI ਅੰਕਲ, ਟ੍ਰੈਫਿਕ ਵਾਲੇ ਆਂਟੀ, ਪਰ ਉਸਦੇ ਵਿੱਚ ਕਿਧਰੇ ਸਾਡੇ ਤੋਂ ਵੀ ਇਹ ਗਲਤੀ ਹੋ ਜਾਂਦੀ ਹੈ ਕਿ ਜਦ ਸਾਡਾ ਮੁਲਾਜ਼ਮ ਅੱਗੋਂ ਕਾਫੀ ਲੰਬੀ ਡਿਊਟੀ ਕਰਕੇ ਇੱਕਦਮ ਕੁਛ ਗਲਤ ਕਹਿ ਦਿੰਦਾ ਹੈ, ਉਹ ਫਿਰ ਜਿਹੜੀ ਕੰਸੈਪਸ਼ਨ ਹੈਗੀ ਉਹ ਲੋਕਾਂ ਦੇ ਮਨ 'ਚ ਜ਼ਿਆਦਾ ਠਹਿਰ ਕਰ ਜਾਂਦੀ। ਜੀ। ਪਰ ਮੈਂ ਦੇਖਿਆ ਕਿ ਜਿਨ੍ਹਾਂ ਦਾ ਵੀ ਥੋੜ੍ਹਾ ਜ਼ਿਆਦਾ ਕਿਸੇ ਚੀਜ਼ 'ਚ ਵਾਹ ਪੈਂਦਾ ਅੱਗੇ, ਦੈਨ ਦੇ ਰੀਅਲਾਈਜ਼ ਕਿ ਪੁਲਿਸ ਆਪਣੇ ਵੱਲੋਂ
ਮਤਲਬ 80% ਆਫ ਚੀਜ਼ਾਂ ਤੇ ਆਪਣਾ ਬੈਸਟ ਐਫਰਟ ਦੇਣ ਦੀ ਡੈਫੀਨਿਟਲੀ ਕੋਸ਼ਿਸ਼ ਕਰਦੀ ਹੈ। ਰਿਜ਼ਲਟਸ ਮੇ ਕਮ, ਰਿਜ਼ਲਟਸ ਮੇ ਨਾਟ ਕਮ, ਬਟ ਐਫਰਟ ਪੁਲਿਸ ਵੱਲੋਂ ਜ਼ਰੂਰ ਹੁੰਦਾ ਹੈ, ਜੋ ਬਹੁਤ ਲੋਕ ਇਸ ਨੂੰ ਐਪਰੀਸ਼ੀਏਟ ਵੀ ਕਰਦੇ ਹੈ। ਤਾਂ ਹੀ ਲੋਕਾਂ ਨੂੰ ਸਾਡੇ ਤੋਂ ਉਮੀਦ ਵੀ ਹੈ ਕਿ ਅਸੀਂ ਥੋੜੀ ਹੋਰ ਆਪਣੀ ਗੱਲ ਸਾਹਮਣੇ ਰੱਖੀਏ ਤਾਂ ਪੁਲਿਸ ਦਾ ਹੋਰ ਵਧੀਆ ਇਸ ਵਿੱਚ ਐਕਸ਼ਨ ਹੋ ਸਕਦਾ ਹੈ। ਬਟ ਤੁਹਾਡੀ ਗੱਲ ਬਿਲਕੁਲ ਠੀਕ ਸੀ ਕਿ ਦ ਮਿਸਕਨਸੈਪਸ਼ਨ ਇਜ਼ ਕਿ ਇਹ ਰੂਡ ਹੈ, ਇਹ ਸੁਣਦੇ ਨਹੀਂ ਹੈ। ਸੋ ਮੈਨੂੰ ਲੱਗਦਾ ਜਿਹੜੀ ਅਸੀਂ ਨਵੀਂ ਭਰਤੀ ਕਰ ਰਹੇ ਹਾਂ, ਨਵੇਂ ਬੱਚੇ ਜਿਹੜੇ ਸਾਡੇ ਕੋਲ ਆ ਰਹੇ ਹੈ ਐਟ ਡਿਫਰੈਂਟ ਰੈਂਕਸ, ਉਹਨਾਂ ਨਾਲ ਜਿਹੜੀ ਇਹ ਮਿਸਕਨਸੈਪਸ਼ਨ ਵੀ ਹੈ ਇਹ ਵੀ ਸਾਡੀ ਠੀਕ ਹੋਏਗੀ। Ma'am, a question about being a woman in uniform. Have you ever felt like you were at a disadvantage in any way? Did anyone ever make you feel like you were at a disadvantage for being a woman in police? I have always felt more empowered whenever I'm in uniform. So ਮੈਨੂੰ ਲੱਗਦਾ ਹੈ ਕਿ it is a different me when I am in my uniform. So I feel more responsible. I feel more stern also. ਮੈਨੂੰ ਲੱਗਦਾ ਹੈ ਕਿ ਨਾ ਮੈਂ ਥੋੜੀ ਜੀ ਸਖਤ ਤੇ ਕੜਕ ਵੀ ਹੋ ਜਾਂਦੀ ਹਾਂ ਜਦ ਮੈਂ ਵਰਦੀ ਪਾਈ ਹੁੰਦੀ ਹੈ। ਬਟ ਮਤਲਬ ਉਹ ਆਪਣੇ ਆਪ 'ਚ ਇੱਕ empowering ਚੀਜ਼ ਹੈ। ਸੋ ਅਸੀਂ ਆਪਣੇ ਵੀ ਜਿਹੜੇ ਸਾਡੇ ਕੋਲ ਨਵੇਂ ਬੱਚੇ ਆ ਰਹੇ ਆ, ਅਸੀਂ ਉਹਨਾਂ ਨੂੰ ਵੀ ਇਹ ਦੱਸਦੇ ਹਾਂ ਕਿ ਚਾਹੇ ਪੂਰੀ ਭੀੜ ਹੋਵੇ, ਪਰ ਉਹਦੇ ਵਿੱਚ ਕੋਈ ਇੱਕ ਬੰਦਾ, 2 ਬੰਦੇ ਵਰਦੀ 'ਚ ਖੜੇ ਆ, ਉਸਦਾ ਇੰਪੈਕਟ ਇੰਨਾ ਹੁੰਦਾ ਹੈ ਕਿ ਗਲਤ ਬੰਦੇ ਨੂੰ ਉਸਦਾ ਡਰ ਪੈਂਦਾ ਹੈ ਤੇ ਇੱਕ ਸਹੀ ਬੰਦੇ ਨੂੰ, ਇੱਕ ਆਮ ਬੰਦਾ ਜੋ ਉੱਧਰੋਂ ਜਾ ਰਿਹਾ, ਉਹਨੂੰ ਵਿਸ਼ਵਾਸ ਹੁੰਦਾ ਹੈ ਕਿ ਆਈ ਐਮ ਸੇਫ। ਜੀ। ਜਸਟ ਬਿਕੋਜ਼ ਕਿ ਕੋਈ ਵਰਦੀ 'ਚ ਉੱਥੇ ਖੜਾ ਹੈ। ਜੀ। ਸੋ ਮੈਨੂੰ ਲੱਗਦਾ ਹੈ ਕਿ ਵਰਦੀ ਇਜ਼ ਵੈਰੀ, ਵੈਰੀ empowering for everybody who is wearing it. That's true. A question, ma'am, I want to ask about the women helpline number that is running. What kind of calls are we receiving there? क्या किस regarding calls आती हैं and how are they being tackled on the police's end? ਸਾਡੇ ਕੋਲ ਜਲੰਧਰ ਕਮਿਸ਼ਨਰੇਟ ਦੇ ਵਿੱਚ ਇੱਕ ਵੂਮਨ ਪੁਲਿਸ ਸਟੇਸ਼ਨ ਵੀ ਹੈਗਾ। ਸੋ ਸਾਡੇ ਕੋਲ ਮੈਟ੍ਰੀਮੋਨੀਅਲ ਡਿਸਪਿਊਟਸ ਕਾਫੀ ਆਉਂਦੇ ਆ, ਪੈਨਿਕ ਕਾਲਸ ਕਾਫੀ ਆਉਂਦੀਆਂ ਕਿ ਡਿਊ ਟੂ ਮੈਟ੍ਰੀਮੋਨੀਅਲ ਡਿਸਪਿਊਟ ਕੋਈ ਲੜਾਈ ਝਗੜਾ ਹੋ ਗਿਆ ਉਸ ਦੀ। ਇਸ ਤੋਂ ਇਲਾਵਾ ਵੂਮਨ ਸਪੈਸਿਫਿਕ ਐਜ਼ ਸੱਚ ਗ੍ਰੀਵਾਂਸਸ ਉਨੀਆਂ ਨਹੀਂ ਹੈ। ਬਾਕੀ ਜੋ ਮਤਲਬ ਕ੍ਰਾਈਮ ਰਿਲੇਟਡ ਹੈ, ਦੇ ਆਰ ਲਾਈਕ ਐਨੀ ਕ੍ਰਾਈਮ ਵਿਚ ਕੈਨ ਹੈਪਨ ਟੂ ਐਨੀਬਡੀ। ਸੋ ਅਸੀਂ ਜਦ ਜਿਵੇਂ ਤੁਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ, ਸੋ ਜਦ ਅਸੀਂ ਵੀ ਆਪਸ 'ਚ ਡਿਫਰੈਂਟ ਫੋਰਾ ਤੇ ਇਸ ਨੂੰ ਡਿਸਕਸ ਕਰਦੇ ਹਾਂ, ਸੋ ਮੈਂ ਕਹਿੰਦੀ ਹਾਂ ਵੀ ਵੂਮਨ ਇੰਪਾਵਰ ਹੋ ਰਹੀ ਹੈ। ਸੋ ਨਾਓ ਦੇ ਆਰ ਨਾਟ ਓਨਲੀ ਵਿਕਟਿਮਸ, they are active criminals also. That's true. So they are participating across the spectrum. ਸੋ ਕਿਧਰੇ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਸਾਨੂੰ ਨਸ਼ੇ ਦੀ ਸਮਗਲਿੰਗ ਕਰਨ ਦੇ ਵਿੱਚ ਕੁੜੀਆਂ ਗ੍ਰਿਫਤਾਰ ਹੋ ਸਕਦੀਆਂ। ਉਹ ਵੀ ਹੋ ਰਹੀਆਂ ਹੈ ਹੁਣ। ਸੋ ਪਹਿਲਾਂ ਇਹ ਸੀ ਕਿ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਅਗਰ ਸਨੈਚਿੰਗ ਇਨਸੀਡੈਂਟ ਹੈ ਜਾਂ ਕੋਈ ਫਰਾਡ ਦੇ ਕੇਸਿਸ ਹੋ ਰਹੇ ਹੈ, ਮਤਲਬ ਇੰਟੈਲੀਜੈਂਟ ਫਰਾਡ ਦੇ ਕੇਸਿਸ, ਉਹਨਾਂ ਦੇ ਵਿੱਚ ਵੀ ਕੁੜੀਆਂ ਆ ਰਹੀਆਂ ਹੈ। ਸੋ ਮਤਲਬ ਇਹ ਇਸ ਤਰ੍ਹਾਂ ਦੀ ਕੰਪਲੇਂਟਸ ਵੀ ਸਾਡੇ ਕੋਲ ਆਉਂਦੀ ਹੈ ਕਿ ਇਹਨਾਂ ਨੇ, ਜਿਵੇਂ ਹੁਣ ਆਪਾਂ ਸਾਈਬਰ ਕ੍ਰਾਈਮ ਦੀ ਗੱਲ ਕਰਦੇ, ਜੀ। ਸਾਈਬਰ ਕ੍ਰਾਈਮ 'ਚ ਜਦ ਪਹਿਲਾ ਫੋਨ ਕਿਸੇ ਨੂੰ ਆਉਂਦਾ ਹੈ, ਸੋ ਦੇ ਡੈਫੀਨਿਟਲੀ ਪਿਕ ਅਪ ਸਮਬਡੀ ਇਨ ਗਰਲ ਵੌਇਸ, ਜਿਸ ਤੇ ਅਗਲੇ ਬੰਦੇ ਨੂੰ ਵਿਸ਼ਵਾਸ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਤੋਂ ਅੱਗੇ ਗੱਲ ਕ੍ਰਾਈਮ ਵੱਲ ਵਧਣੀ ਸ਼ੁਰੂ ਹੋ ਜਾਂਦੀ ਹੈ। कोई ऐसा क्राइम है जिसमें women is dominating that crime? Is there any such crime that you can think of? जो बहुत in big numbers women are coming up in that. ਨਹੀਂ, ਇਸ ਤਰ੍ਹਾਂ ਨਹੀਂ ਹੈ ਅਜੇ ਤੇ ਇਟ ਹੈਜ਼, ਆਈ ਥਿੰਕ ਇਟ ਹੈਜ਼ ਸਟਾਰਟਡ ਬਿਕੋਜ਼ ਜਿਵੇਂ ਦਾ ਸਾਡਾ ਸਮਾਜ ਹੈ, ਅਜੇ ਬਹੁਤ ਹੈਜ਼ਿਟੇਸ਼ਨ ਹੁੰਦੀ ਹੈ ਕਿਸੇ ਵੀ ਲੜਕੀ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਵੱਲ ਅੱਗੇ ਵਧਣ ਦੀ। ਜੀ। ਸੋ ਸਾਨੂੰ ਅਸੀਂ ਇਹ ਵੀ ਸਮਝਦੇ ਹਾਂ ਕਿ ਇਟ ਇਜ਼ ਆਊਟ ਆਫ ਸਮ ਕਾਈਂਡ ਆਫ ਪ੍ਰੈਸ਼ਰ। ਜੀ। ਮਤਲਬ ਫਾਈਨੈਂਸ਼ੀਅਲ ਪ੍ਰੈਸ਼ਰ ਹੋ ਸਕਦਾ ਹੈ ਜਾਂ ਫੈਮਿਲੀ ਦਾ ਪ੍ਰੈਸ਼ਰ ਹੋ ਸਕਦਾ ਹੈ। ਜਿਵੇਂ ਅਸੀਂ ਨਸ਼ੇ ਦੇ ਕੇਸਿਸ 'ਚ ਦੇਖਦੇ ਹਾਂ ਕਿ ਹਸਬੈਂਡ ਤੇ ਪਰਚਾ ਦਰਜ ਹੋਇਆ, ਉਹ ਜੇਲ੍ਹ 'ਚ ਹੈ, ਅੱਗੋਂ ਬੱਚੇ ਤੇ ਪਰਚਾ ਦਰਜ ਹੋਇਆ, ਉਹ ਜੇਲ੍ਹ 'ਚ ਹੈ, ਫਿਰ ਜੋ ਘਰ ਦੀ ਲੇਡੀ ਹੈਗੀ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਠੀਕ, ਸੋ ਇਸ ਤਰ੍ਹਾਂ ਦੇ ਕ੍ਰਾਈਮਸ ਹੈਗੇ ਆ, ਬਟ ਮੈਂ ਇਹ ਨਹੀਂ ਕਹਿ ਪਾਵਾਂਗੀ ਕਿ ਵੀ ਕਿਸ ਵਿੱਚ ਇਹ ਬਹੁਤ ਜ਼ਿਆਦਾ ਹੈ। ਸੋ ਹਰੇਕ ਵਿੱਚ ਪਰਸੈਂਟੇਜ, ਹਰੇਕ ਵਿੱਚ ਇਹਨਾਂ ਦੀ ਇਨਵੋਲਵਮੈਂਟ, ਇਹਨਾਂ ਦੀ ਪਾਰਟਿਸਿਪੇਸ਼ਨ ਵੱਧ ਰਹੀ ਹੈ। And talking about crime against women on the flip side, ma'am, can you share any one most heartbreaking incident that has ever come across in your career so far, and how did you deal with that? ਮੇਰੇ ਕੋਲ ਇੱਕ ਕਿਸੇ ਡਿਸਟ੍ਰਿਕਟ ਪੋਸਟਿੰਗ ਦੇ ਵਿੱਚ ਸਵੇਰੇ 5:30 6 ਵਜੇ ਜਿਵੇਂ ਆਪਾਂ ਬੱਚਿਆਂ ਨੂੰ ਟਿਊਸ਼ਨ ਛੱਡਣ ਲਈ ਜਾਂਦੇ ਹਾਂ, ਸੋ ਫਾਦਰ ਨੇ ਆਪਣੀ ਬੇਟੀ ਨੂੰ ਟਿਊਸ਼ਨ ਲਈ ਛੱਡਿਆ ਤੇ ਹੀ ਵੈਂਟ। ਸੋ ਉਸ ਲੜਕੀ ਦੀ ਮੌਕੇ ਤੋਂ ਹੀ ਕਿਡਨੈਪਿੰਗ ਹੋ ਗਈ। ਸੋ ਇਮੈਜਿਨ 11th ਮੈਡੀਕਲ ਦਾ ਬੱਚਾ ਟਿਊਸ਼ਨ ਲਈ ਜਾ ਰਿਹਾ, ਉੱਥੇ ਖੜਾ ਹੈ, ਉਸ ਦੀ ਕਿਡਨੈਪਿੰਗ ਹੋ ਗਈ। ਸੋ ਵੀ ਵਰ ਆਲ
ਮਤਲਬ ਵੈਰੀ ਵੈਰੀ ਸਟ੍ਰੈਸਡ ਤੇ ਸਾਨੂੰ ਵੀ ਸੀ ਕਿ ਦਿਸ ਇਜ਼ ਦ ਰੀਅਲ ਪੈਨਿਕ ਸਿਚੁਏਸ਼ਨ ਫਾਦਰ ਲਈ ਵੀ ਤੇ ਉਸਦਾ ਮੈਸੇਜ ਇੱਕ ਸਮਾਜ ਵਿੱਚ ਬੜਾ ਹੋਰ ਜਾ ਜਾਂਦਾ ਹੈ ਕਿ ਬੱਚਾ ਆਪਣੇ ਘਰ ਦੇ ਬਾਹਰ ਖੜਾ ਤੇ ਉੱਥੋਂ ਹੋ ਜਾਏ। ਸੋ ਅਸੀਂ ਕਾਫੀ ਦੇਰ ਲੱਗ ਕੇ ਜਦ ਬੱਚੀ ਨੂੰ ਰਿਕਵਰ ਕੀਤਾ, ਸੋ ਜੋ ਕ੍ਰਿਮੀਨਲ ਨਿਕਲਿਆ ਫਿਰ ਅਸੀਂ ਦੇਖਿਆ ਕਿ ਉਹ ਮਤਲਬ ਘੰਟਿਆਂ ਦੇ ਹਿਸਾਬ ਨਾਲ ਨਸ਼ਾ ਕਰਦਾ ਸੀ ਕਿ 3 ਘੰਟੇ ਬਾਅਦ 4 ਘੰਟੇ ਬਾਅਦ। ਸੋ ਉਹਦੇ ਵਿੱਚ ਮਤਲਬ ਉਹ ਇੱਕਦਮ ਬੜਾ ਸਟ੍ਰੈਸਫੁਲ ਜਿਹਾ ਬਣ ਗਿਆ ਸੀ ਕਿ ਲੜਕੀ ਠੀਕ ਠਾਕ ਰਿਕਵਰ ਵੀ ਹੋਵੇ ਤੇ ਉਸ ਤੋਂ ਅਗਲੀ ਚੀਜ਼ ਇਹ ਸੀ ਕਿ ਬੱਚੀ ਦੇ ਮਨ 'ਚ ਜ਼ਿੰਦਗੀ ਭਰ ਦੇ ਲਈ ਕੋਈ ਡਰ ਨਹੀਂ ਬੈਠ ਜਾਣਾ ਚਾਹੀਦਾ ਕਿਉਂਕਿ ਇਹ ਇੱਕ ਬੜਾ ਹੀ ਅਚਨਚੇਤ ਕ੍ਰਾਈਮ ਹੈ ਜੋ ਇੱਕ ਨਾਰਮਲ ਘਰ ਦਾ ਬੱਚਾ ਪੜਨ ਵਾਲਾ 11ਵੀਂ 12ਵੀਂ ਦਾ ਬੱਚਾ ਉਹਦੇ ਨਾਲ ਹੋ ਜਾਏ। ਸੋ ਸਾਡੀਆਂ ਟੀਮਸ ਬੜੀ ਦੇਰ ਤੱਕ ਉਹਦੇ ਨਾਲ ਉਹਦੀ ਫੈਮਿਲੀ ਦੇ ਨਾਲ ਇਨ ਟੱਚ ਰਹੀਆਂ ਕਿ ਤੁਹਾਨੂੰ ਜਿਸ ਤਰ੍ਹਾਂ ਦੀ ਸਪੋਰਟ ਸਾਡੇ ਤੋਂ ਚਾਹੀਦੀ ਹੈ ਕਿ ਬੱਚੇ ਨੇ ਟਿਊਸ਼ਨ ਜਾਣਾ ਹੈ, ਬੱਚੇ ਨੇ ਕਿਧਰੇ ਜਾਣਾ ਹੈ, ਸਾਡੀ ਲੇਡੀ ਇੰਸਪੈਕਟਰਸ ਉਹਨੂੰ ਕਾਉਂਸਲ ਕਰਨ ਕਿ ਇਸ ਚੀਜ਼ ਦਾ ਇੰਪੈਕਟ 17-18 ਸਾਲ ਦੀ ਬੱਚੀ ਹੈ, ਇਸ ਚੀਜ਼ ਦਾ ਇੰਪੈਕਟ ਉਹਦੀ ਥਰੂ ਆਊਟ ਲਾਈਫ ਵਿੱਚ ਉਹਦੇ ਮਨ 'ਚ ਨਾ ਰਵੇ। ਸੋ ਸਾਨੂੰ ਥੋੜਾ ਟਾਈਮ ਲੱਗਿਆ ਬਟ ਫਿਰ ਅਸੀਂ ਦੇਖਿਆ ਕਿ ਬਈ ਉਹ ਲੜਕੀ ਬੜੀ ਮੋਟੀਵੇਟਿਡ ਹੋ ਕੇ ਇਸ ਸਭ ਚੋਂ ਬਾਹਰ ਨਿਕਲੀ ਕਿ ਸਾਨੂੰ ਸੀ ਕਿ ਇਹਦੀ ਮਾੜੀ ਯਾਦਾਂ ਉਹਦੇ ਦਿਮਾਗ 'ਚ ਨਾ ਰਹਿਣ ਤੇ ਰਾਦਰ ਉਹਦਾ ਇੱਕ ਇੰਪਾਵਰਿੰਗ ਚੀਜ਼ ਚਾਹੇ ਵੀ ਜੇ ਕਿਸੇ ਨੇ ਗਲਤ ਕੀਤਾ ਤੇ ਉਹਨੂੰ ਉਸਦੀ ਸਜ਼ਾ ਮਿਲੀ। ਬਜਾਏ ਇਸ ਦੇ ਕਿ ਆਸ-ਪਾਸ ਦੇ ਲੋਕ ਜਾਂ ਉਹਦੇ ਮਨ 'ਚ ਕਦੇ ਇਹ ਆ ਜਾਵੇ ਕਿ ਵੀ ਮੇਰੇ ਨਾਲ ਕਿਉਂ ਹੋਇਆ? ਕਿ ਮੈਂ ਕੋਈ ਗਲਤੀ ਕੀਤੀ? ਕਿ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਸਿਗਨਲ ਦਿੱਤਾ ਗਿਆ? ਜਾਂ ਫਾਦਰ ਦੇ ਮਨ 'ਚ ਆ ਜਾਏ ਕਿ ਮੈਂ ਬੱਚੀ ਨੂੰ ਇਕੱਲੀ ਛੱਡ ਕੇ ਚਲਾ ਗਿਆ ਤਾਂ ਮੇਰੀ ਗਲਤੀ ਸੀ। ਜੀ। ਸੋ ਸਾਨੂੰ ਕਾਫੀ ਟਾਈਮ ਲੱਗਿਆ ਕਿ ਇਹਨਾਂ 'ਚੋਂ ਕਿਸੇ ਦੇ ਵੀ ਮਨ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੈ। ਸੋ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਨਸੀਡੈਂਟ ਮਤਲਬ ਆ ਜਾਂਦਾ ਹੈ। ਸਾਡਾ ਉਸ ਵਿੱਚ ਮੇਰਾ ਉਸ ਵਿੱਚ ਇੱਕ ਇਹ ਜ਼ਰੂਰ ਰਹਿੰਦਾ ਹੈ ਕਿ ਕੋਈ ਮਾੜਾ ਇਨਸੀਡੈਂਟ ਹੋ ਗਿਆ, ਉਹ ਪੁਲਿਸ ਟ੍ਰੇਸ ਵੀ ਇਨ ਅ ਗੁੱਡ ਟਾਈਮ ਕਰ ਲੈਂਦੀ ਹੈ। ਪਰ ਉਸਦਾ ਇੰਪੈਕਟ ਇਹਨਾਂ ਦੇ ਮਨ 'ਚ ਨਾ ਰਹਿ ਜਾਏ ਕਿ ਪੁਲਿਸ ਨੇ ਸਾਡਾ ਸਾਥ ਨਹੀਂ ਦਿੱਤਾ ਜਾਂ ਸਾਈਕੋਲੋਜੀਕਲੀ ਕੋਈ ਬੱਚਾ ਆਪਣੇ ਕੋਲ ਇਸ ਚੀਜ਼ ਨੂੰ ਨਾ ਲੈ ਪਾਏ। ਬਿਲਕੁਲ ਹੁਣੇ ਹੀ ਪਿੱਛੇ ਇੱਕ ਲੜਕੀ ਆਈ, ਸੋ ਮੈਨੂੰ ਵੀ ਭੁੱਲ ਗਿਆ ਸੀ ਬਿਲਕੁਲ। ਸੋ ਉਹ ਮੈਨੂੰ ਦੱਸਦੀ ਕਿ ਮੈਮ 2010 ਵਿੱਚ ਤੁਸੀਂ ਉੱਥੇ ਪੋਸਟਡ ਸੀ ਤੇ ਉਹਦਾ ਕੁਝ ਇਨ-ਲॉज ਨਾਲ ਝਗੜਾ ਹੋਇਆ ਤੇ ਸ਼ੀ ਵਾਸ ਬੀਟਨ ਅਪ ਤੇ ਉਹਦੀ ਬਹੁਤ ਬੁਰੀ ਹਾਲਤ ਸੀ। ਕਹਿੰਦੀ ਤੁਸੀਂ 3 ਘੰਟੇ ਮੈਮ ਉੱਥੋਂ ਗਏ ਨਹੀਂ, ਤੁਸੀਂ ਮੇਰੇ ਸਿਰਹਾਣੇ ਹੀ ਖੜੇ ਰਹੇ। ਜਦ ਕਿ ਤੁਹਾਨੂੰ ਤੁਹਾਡੀ ਫੋਰਸ ਨੇ ਇਹ ਵੀ ਕਿਹਾ ਵੀ ਕੁੜੀ ਬੜੀ ਤੇਜ਼ ਹੈ, ਇਹ ਬਹੁਤ ਬੋਲਦੀ ਹੈ ਤੇ ਵੀ ਤੁਸੀਂ ਮੇਰਾ ਐਫ-ਆਈ-ਆਰ ਰਜਿਸਟਰ ਕਰਾਈ ਤੇ ਉਹਨੇ ਮੈਨੂੰ ਦੱਸਿਆ ਕਿ ਮੈਮ ਅੱਜ ਉਹਨੂੰ ਸਜ਼ਾ ਮਿਲ ਗਈ। ਸੋ ਮੈਨੂੰ ਤੇ ਪਹਿਲਾਂ ਯਾਦ ਹੀ ਨਹੀਂ ਆਇਆ ਕਿ ਇਹ ਕਿਹੜਾ ਕੇਸ ਹੈ। ਫਿਰ ਉਹਨੇ ਜਦ ਦੱਸਿਆ ਕਿ ਜਦ ਉਹ ਮੈਨੂੰ ਮਿਲੀ ਫਿਰ ਮੈਨੂੰ ਉਹਨੂੰ ਦੇਖ ਕੇ ਹੀ ਹਸਪੀਟਲ, ਸਿਵਲ ਹਸਪੀਟਲ ਦਾ ਸੀਨ ਸਾਰਾ ਕੁਝ ਯਾਦ ਵਿੱਚ ਆ ਗਿਆ। ਤੇ ਉਹ ਲੜਕੀ ਉਸ ਵੇਲੇ ਯੂਪੀਐਸਸੀ ਦੀ ਤਿਆਰੀ ਕਰਦੀ ਸੀ ਬਟ ਉਹਨੇ ਮਤਲਬ ਕਿਸੇ ਲੜਕੇ ਦੇ ਨਾਲ ਦਾ ਵਿਆਹ ਹੋ ਗਿਆ ਤੇ ਸ਼ੀ ਗਾਟ ਸੈਪਰੇਟਡ। ਕਹਿੰਦੀ ਮੈਮ ਤੁਹਾਡੀ ਲੋਕਲ ਪੁਲਿਸ ਇਸ ਗੱਲ ਨੂੰ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿਉਂਕਿ ਮੈਂ ਬਹੁਤ ਪੇਨ 'ਚ ਸੀ। ਕਹਿੰਦੀ ਮੈਨੂੰ ਹੁਣ ਵੀ ਯਾਦ ਆ ਕਿ ਤੁਸੀਂ ਉਹ ਹਸਪੀਟਲ ਦੇ ਬੈੱਡ ਤੇ ਮੇਰੇ ਨਾਲ ਹੀ ਖੜੇ ਰਹੇ ਕਿ ਜੀ ਨਹੀਂ ਐਫ-ਆਈ-ਆਰ ਰਜਿਸਟਰ ਕਰਨੀ ਹੈ, ਇਹ ਕਰਨਾ ਹੈ। ਚਲੋ ਉਹ ਸਾਡੀ ਡਿਊਟੀ ਵੀ ਸੀਗੀ ਐਜ਼ ਅ ਸੁਪਰਵਾਈਜ਼ਰੀ ਆਫਿਸਰ। ਕਹਿੰਦੀ ਬਟ ਤੁਸੀਂ ਬਾਅਦ ਦੇ ਵਿੱਚੋਂ ਵੀ ਮੈਂ ਤੁਹਾਨੂੰ ਜਦ ਵੀ ਮਿਲੀ ਤੁਸੀਂ ਹਮੇਸ਼ਾ ਅਸ਼ੋਰਿੰਗ ਸੀ ਕਿ ਨਹੀਂ ਅਸੀਂ ਇਸ 'ਚ ਪੂਰੀ ਤੁਹਾਡਾ ਸਾਥ ਦਾਂਗੇ। ਸੋ ਉਸ ਤੋਂ ਬਾਅਦ ਮੇਰੀ ਵੀ ਬਦਲੀ ਹੋ ਗਈ, ਮੈਨੂੰ ਵੀ ਪਤਾ ਨਹੀਂ ਬਟ ਉਸ ਲੜਕੀ ਨੇ ਇਸਨੂੰ ਕਨਵਿਕਸ਼ਨ ਤੱਕ ਫੋਲੋ ਕੀਤਾ। ਜੀ। ਆਫਟਰ ਕਨਵਿਕਸ਼ਨ ਉਹਨੇ ਕਿਹਾ ਵੀ ਜੇ ਤੁਸੀਂ ਉਸ ਦਿਨ ਖੜੇ ਹੋ ਕੇ ਮੈਨੂੰ ਸਹਾਰਾ ਨਹੀਂ ਦਿੰਦੇ ਬਿਲਕੁਲ। ਤੇ ਮੇਰੇ ਨਾਲ ਮੇਰੀ ਫੈਮਿਲੀ ਵੀ ਨਹੀਂ ਸੀ ਖੜੀ, ਮੇਰੇ ਇਨ-ਲॉज ਵੀ ਮੇਰੇ ਅਗੇਂਸਟ ਸੀ। ਸੋ ਮੈਨੂੰ ਲੱਗਦਾ ਹੈ ਕਿ ਸਾਡੀ ਇੰਨੀ ਕੁ ਜ਼ਿੰਮੇਵਾਰੀ ਆਪਣੇ ਵਿਕਟਿਮ ਦੇ ਲਈ, ਆਪਣੇ ਕੰਪਲੇਨੈਂਟ ਦੇ ਲਈ ਬਣਦੀ ਹੈ ਜੋ ਸਾਨੂੰ ਕਰਨੀ ਚਾਹੀਦੀ। I literally had goosebumps, ma'am, when you shared this story. And also, I think it was you being a woman. Do you think you were there for her? Maybe if a male counterpart was there in that position, I think somewhere that presence would have been ਉਹਨਾਂ ਨੂੰ ਵੀ ਇਹੀ ਲੱਗਿਆ। laga. ਹਾਂ, ਉਹਨਾਂ ਨੂੰ ਵੀ ਇਹੀ ਲੱਗਿਆ ਕਿ ਤੁਸੀਂ ਸੀਗੇ ਤੁਸੀਂ ਸੈਂਸਿਟਿਵ ਸੀ। ਤੁਹਾਨੂੰ ਇਹ ਸੀਗਾ ਕਿ ਨਹੀਂ ਅੱਛਾ ਮੈਨੂੰ ਤਾਂ ਯਾਦ ਵੀ ਨਹੀਂ ਸੀ ਸ਼ੀ ਰਿਮੈਂਬਰਡ ਕਿ ਮੈਮ ਤੁਸੀਂ ਖੁਦ ਪ੍ਰੈਗਨੈਂਟ ਸੀ। Oh. ਜਦ ਤੁਸੀਂ ਉੱਥੇ ਖੜੇ ਸੀ ਤੁਸੀਂ ਖੁਦ ਪ੍ਰੈਗਨੈਂਟ ਸੀ ਤੇ ਤੁਹਾਨੂੰ ਤੁਹਾਡਾ ਸਟਾਫ ਕਦੇ ਚੇਅਰ ਲਿਆ ਕੇ ਦਿੰਦਾ ਸੀ, ਜੀ। ਕਦੇ ਤੁਹਾਨੂੰ ਪਾਣੀ ਆ ਕੇ ਪੁੱਛ ਰਿਹਾ ਸੀ ਕਿ ਬਈ ਮੈਮ 3 ਘੰਟੇ ਹੋ ਗਏ ਖੜੇ ਆ ਇੱਥੇ ਤੇ ਉਹ ਕਰ ਰਹੇ ਆ। ਮੈਨੂੰ ਯਾਦ ਵੀ ਨਹੀਂ ਕਿ ਇਹ ਕੀ ਉਹ ਹੋਈ ਬਟ ਆਈ ਥਿੰਕ ਸਾਡੀ ਐਮਪੈਥੀ ਕਰਕੇ, ਸਾਡੇ ਉਸ ਕਰਕੇ ਮਤਲਬ ਸ਼ੀ ਕੁਡ ਸਸਟੇਨ ਹਰਸੈਲਫ ਫॉर ਸਚ ਅ ਲੌਂਗ ਟਾਈਮ ਕਿ ਉਹਨੂੰ ਪੂਰੀ ਜਸਟਿਸ ਮਿਲਣ ਨੂੰ ਕਾਫੀ ਸਾਲ ਲੱਗ ਗਏ। It was 2-3 hours of your life and it meant everything to her. For him. Maybe
that's the reason she saw it through. उस time के जो motivation, जो support मिला, I'm sure. And this shows that we need more women in power. It's the biggest sign here. ਨਹੀਂ ਟੋਟਲੀ ਜਿਵੇਂ ਸਾਡੀ ਲੇਡੀ ਸਬ ਇੰਸਪੈਕਟਰਸ ਵੀ ਹੁੰਦੀਆਂ जी, ਚਾਹੇ ਉਹ ਕਿਸੇ ਵੀ ਪੋਸਟ ਤੇ ਹੈ ਇੱਕ ਆਮ ਬੰਦੇ ਨੂੰ ਬਹੁਤ ਵਿਸ਼ਵਾਸ ਹੁੰਦਾ ਇਸ ਚੀਜ਼ ਕਿ ਇਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਉਹ ਆਪਣੀ ਗੱਲ ਦੱਸਣ ਚ ਕੌਨਫੀਡੈਂਟ ਉਹਨਾਂ ਨੂੰ ਜ਼ਿਆਦਾ ਯਕੀਨ ਰਹਿੰਦਾ ਹੈ ਕਿ ਸਾਡੀ ਗੱਲ ਸੁਣੀ ਜਾਏ। बिल्कुल, बिल्कुल. Thanks for sharing that, ma'am. Let's talk about personal front now, things on the personal front a little bit. Policing is a 24-hour job, and I'm sorry to ask this question because I know only women get asked this question, but how do you balance parenting and policing? I think it's a very difficult difficult thing to balance, but I have realized कि ਬੱਚਿਆਂ ਨੂੰ qualitative time ਚਾਹੀਦਾ ਹੁੰਦਾ ਹੈ ਪੂਰਾ ਦਿਨ they don't want us around जी, so ਉਨਾ ਕੁ I am able to give to them so with the support of my family also ਮੇਰੇ parents ਵੱਲੋਂ ਵੀ ਤੇ ਮੇਰੇ in-laws ਵੱਲੋਂ ਵੀ so ਮੈਨੂੰ ਪੂਰਾ support ਰਹਿੰਦਾ ਹੈ ਕਿ they take care of so many things ਕਿ ਮੈਨੂੰ time ਮਿਲ ਜਾਂਦਾ ਹੈ ਕਿ ਮੈਂ ਸਿਰਫ ਆਪਣੀ professional work ਤੇ ਜੋ ਆਪਣੀ basic ਜ਼ਿੰਮੇਵਾਰੀਆਂ ਹੈ as a mother as a wife as a daughter ਉਹ ਕਰ ਸਕਾਂ so I try to maintain that balance ਕਿ ਆਪਣੀ ਵੀ as a female sanity ਬਣੀ ਰਹਿਣੀ ਚਾਹੀਦੀ ਹੈ। जी, that's true. And coming to you as a wife, you are a policewoman and you married a policeman. So how does that work? Is there a life beyond work for you guys as well? there is but ਮੈਨੂੰ ਲੱਗਦਾ ਕਿ professionally ਵੀ ਮੈਨੂੰ ਬੜੀ help ਹੋ ਜਾਂਦੀ ਹੈ अच्छा, so we share our experiences and this ਉਸ ਤੋਂ beyond we share a lot of hobbies together जी, so maybe that is the adjustment issues we have done कि okay Yes. ਇਸ ਤੋਂ ਇਲਾਵਾ ਅਸੀਂ ਆਪਣੇ ਨਾ common interests ਲੱਭੀਏ जी. so it is fine if it goes on Ma'am, even heroes have heroes, and you are a hero right now for all of us. Who was your hero growing up? Who inspired you to be who you are today? I think a lot of them Really? I think a lot of them right from ਮੇਰੇ school teacher to a teacher in my college ਮਤਲਬ ਜੇ ਮੈਂ ਦੇਖਦੀ ਸੀ ਕਿ ਮੇਰੇ ਜੀਓਗ੍ਰਾਫੀ ਦੇ ਮੈਮ ਸੀ ਕਿ ਉਹ ਇੱਕ ਐਕਸਟਰਾ ਐਫਰਟ ਕਰਕੇ ਮਤਲਬ ਸ਼ੀ ਕੁਡ ਹੈਵ ਬੀਨ ਅ ਰੂਟੀਨ ਟੀਚਰ ਆਲਸੋ ਬਟ ਉਹ ਇੱਕ ਐਕਸਟਰਾ ਐਫਰਟ ਕਰਕੇ ਕਈ ਵਾਰੀ ਇਸ ਤਰ੍ਹਾਂ ਦੀਆਂ ਬੁੱਕਸ ਜੋ ਸਾਨੂੰ ਕਾਲਜ 'ਚ ਨਹੀਂ ਮਿਲਣੀਆਂ ਸ਼ਹਿਰ 'ਚ ਨਹੀਂ ਮਿਲਣੀਆਂ ਉਹਨਾਂ ਨੇ ਸਾਡੇ ਲਈ ਪ੍ਰੋਕਿਓਰ ਕਰਨੀਆਂ ਤੇ ਸਾਨੂੰ ਬੱਚਿਆਂ ਨੂੰ ਦੇਣੀਆਂ ਟੂ ਮਾਈ ਗ੍ਰੈਂਡਫਾਦਰ ਹੂ ਵਾਂਟਡ ਕਿ ਉਹ ਆਰਮੀ 'ਚੋਂ ਰਿਟਾਇਰ ਹੋਏ ਕਿ ਕੋਈ ਹੋਰ ਜਣਾ ਵੀ ਫੈਮਿਲੀ 'ਚ ਯੂਨੀਫਾਰਮ 'ਚ ਆਏ जी. ਟੂ ਮਾਈ ਫਾਦਰ ਜਿਨ੍ਹਾਂ ਨੂੰ ਇਹ ਸੀ ਕਿ ਨਹੀਂ ਤੁਸੀਂ ਤਿਆਰੀ ਕਰੋ I was a lecturer I was teaching in university Okay. so was like ਕਿ ਨਹੀਂ ਤੁਸੀਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰੋ ਜਿਸ ਵੇਲੇ ਮੈਨੂੰ ਪਤਾ ਵੀ ਨਹੀਂ ਸੀ ਕਿ UPSC ਕੀ ਹੁੰਦੀ ਹੈ ਸਿਵਲ ਸਰਵਿਸਿਜ਼ ਕੀ ਹੁੰਦਾ ਹੈ Right. ਸੋ ਉਹ ਅਵੇਅਰਨੈਸ ਉਹਨਾਂ ਦੀ which drove me towards this Hmm. so when I came to job when I joined Punjab Cadre so then I saw my seniors performing so ਉਹ ਵੀ ਮਤਲਬ I feel I'm very lucky I was very well taken care of when I landed in the cadre ਉਹਨਾਂ ਚੀਜ਼ਾਂ ਨੇ ਮਤਲਬ ਅੱਗੇ ਰੱਖਿਆ ਵੇ ਮਤਲਬ ਸਾਡੇ ਸਪੈਸ਼ਲ ਡੀਜੀ ਮੈਮ ਹੈ ਗੁਰਪ੍ਰੀਤ ਦਿਓ ਮੈਮ ਸੋ ਉਹਨਾਂ ਨੇ ਛੋਟੀ ਛੋਟੀ ਚੀਜ਼ਾਂ 'ਚ ਗਾਈਡ ਕਰਨਾ ਜੋ ਐਪਰੀਹੈਂਸ਼ਨਸ ਆਉਣੀਆਂ ਉਹ ਡਿਸਪੈਲ ਕਰਨੀਆਂ ਐਂਡ ਮੇਲ ਆਫਿਸਰਸ ਆਲਸੋ जी. ਕਿ ਸੋ ਦੈਟ ਨਾ ਤੁਹਾਡਾ ਇੱਕ ਬੈਲੈਂਸ ਵੀ ਬਣਿਆ ਰਵੇ ਐਂਡ ਯੂ ਆਰ ਏਬਲ ਟੂ ਪਰਫਾਰਮ ਵੈਲ ਆਲਸੋ ਸੋ ਮੈਨੂੰ ਲੱਗਦਾ ਹੈ ਕਿ ਆਈ ਐਮ ਲੱਕੀ ਇਨ ਦੈਟ aspect that I always had supporters by my side but to guide me ਤੇ ਇਹ ਦੱਸਣ ਲਈ ਕਿ ਅੱਛਾ ਇਸ ਤਰ੍ਹਾਂ ਠੀਕ ਚੱਲ ਰਿਹਾ ਹੈ and to keep giving me those doses of confidence also and ਜਿਨ੍ਹਾਂ ਦੇ ਨਾਲ ਵੀ ਕੰਮ ਕੀਤਾ ਤੇ SPs DSPs SHOs ਕਿ ਕਦੇ subordinate force ਤੋਂ ਇਹ ਫੀਲ ਹੀ ਨਹੀਂ ਹੋਇਆ ਕਿ ਵੀ ਨਾ ਕੋਈ ਹੋਰ ਹੈ ਉਹਨਾਂ ਨੂੰ ਕਦੇ ਨਹੀਂ ਇਹ ਮਹਿਸੂਸ ਹੋਇਆ ਕਿ ਬਈ there is a lady or there is something else that there is somebody who is not but for them if it's an SSP there's an SSP I always got that respect ਕਿ ਵੀ ਅੱਛਾ ਮੈਂ ਵੀ ਮੇਰੇ ਵੱਲੋਂ ਵੀ ਹੁੰਦਾ ਸੀ ਕਿ ਵੀ ਤੁਸੀਂ ਤੁਹਾਡੇ ਮਨ 'ਚ ਇਹ ਚੀਜ਼ ਕੋਈ ਜਿਵੇਂ ਤੁਸੀਂ ਰਾਤ ਨੂੰ 2 ਵਜੇ ਫੋਨ ਕਰਨਾ ਹੈ ਉਸੇ ਤਰ੍ਹਾਂ ਹੀ ਤੁਸੀਂ ਮੈਨੂੰ ਇਨਫੋਰਮ ਕਰਨਾ Right. ਉਹ ਚੀਜ਼ਾਂ ਦੇ ਵਿੱਚ ਕਦੇ ਮੇਰੇ ਵੱਲੋਂ ਵੀ ਨਹੀਂ ਹੋਇਆ ਤੇ ਉਹਨਾਂ ਵੱਲੋਂ ਵੀ ਨਹੀਂ ਕਦੇ ਹੋਇਆ ਸੋ ਆਈ ਥਿੰਕ it is a teamwork it is a collective effort that
that has pushed me ahead, and they have always stood by. That's very kind of you to give credit to so many people. I'm sure it was also a lot of your own qualities that brought you here. But another question about who is your biggest cheerleader? I'm sure there are many stressful situations, Abhi, at work that you get. Who's the first person you call when you are in a stressful situation? My husband. Yeah. Okay. I call him up for a solution. Hmm. I would speak to him. Great. And ma'am, on the flip side, were there any people who tried to discourage you कि with the typical comment that ये तो लड़की है, ये ऐसे नहीं कर सकती, or even if not in this form, in any other form, were there any naysayers when you were pursuing this journey, and how did you respond to them? ਮਤਲਬ ਇਹ ਵੀ ਨਾ ਇੱਕ ਮੈਨੂੰ ਲੱਗਦਾ ਕਨਸੈਪਸ਼ਨ ਹੈਗੀ ਹੈ। ਸੋ ਜਦ ਅਸੀਂ ਲੇਡੀ ਕਾਂਸਟੇਬਲਸ ਦੀ ਰਿਕਰੂਟਮੈਂਟ ਕਰ ਰਹੇ ਸੀ, ਸੋ ਆਈ ਵਾਸ ਥਿੰਕਿੰਗ ਕਿ ਸਾਡੇ ਕੋਲ ਨਾ ਕੁੜੀਆਂ ਹੀ ਨਹੀਂ ਆਣੀਆਂ ਫਸਟ ਜਦ ਅਸੀਂ ਰਿਕਰੂਟਮੈਂਟ ਕੀਤੀ ਅੰਡਰ ਗੁਰਪ੍ਰੀਤ ਦਿਓ ਮੈਮ। ਬਟ ਮੈਂ ਦੇਖਿਆ ਕਿ ਇੰਨਾ ਓਵਰਵੈਲਮਿੰਗ ਰਿਸਪੌਂਸ ਸੀ। ਸੋ ਮੈਨੂੰ ਵੀ ਖੁਦ ਨੂੰ ਇਹ ਲੱਗਦਾ ਸੀ ਕਿ ਨਾ ਪੇਰੈਂਟਸ ਈਗਰ ਨਹੀਂ ਹੋਣਗੇ, ਬੱਚੀਆਂ ਖੁਦ ਈਗਰ ਨਹੀਂ ਹੋਣਗੀਆਂ, ਬਟ ਸਾਨੂੰ ਇੰਨਾ ਅੱਛਾ ਰਿਸਪੌਂਸ ਮਿਲਿਆ। ਜੀ ਸੋ ਮੈਨੂੰ ਲੱਗਾ ਕਿ ਫੈਮਿਲੀਜ਼ ਦੇ ਵਿੱਚ ਉਹ ਇਨਹਿਬਿਸ਼ਨ ਨਹੀਂ ਹੈ। ਨਹੀਂ ਦੇ ਵਾਂਟ ਕਿ ਨਾ ਬੱਚੇ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਉਹਨਾਂ ਨੂੰ ਮਤਲਬ ਪੜ੍ਹਾ ਕੇ ਇਸ ਕਾਬਿਲ ਬਣਾਈਏ ਕਿ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੈ। ਜੀ ਸੋ ਕਾਂਸਟੇਬਲਰੀ ਸਾਡੇ ਕੋਲ ਹਮੇਸ਼ਾ ਬਹੁਤ ਓਵਰਵੈਲਮਿੰਗ ਰਿਸਪੌਂਸ ਰਿਹਾ। ਰਾਈਟ ਜਦ ਅਸੀਂ ਸਬ ਇੰਸਪੈਕਟਰਸ ਦੀ ਭਰਤੀ ਕੀਤੀ ਉਸ ਵਿੱਚ ਵੀ ਆਇਆ। ਆਈ ਥਿੰਕ ਸੋਸਾਇਟੀ ਵੀ ਨਾ ਇਸ ਚੀਜ਼ ਤੋਂ ਹੁਣ ਨਿਕਲ ਚੁੱਕੀ ਹੈ। ਉਹ ਬਿਕੋਜ਼ ਜਨਰਲ ਇੰਪ੍ਰੈਸ਼ਨ ਇਹ ਜਾਂਦਾ ਹੈ ਕਿ किधरे भी इन एनी ऑफिस अगर एक टीचर है, एक नर्स है, अगर एक एसडीएम ऑफिस जाना है, डीसी ऑफिस जाना है, सो जो एक एश्योरिंग चीज़ ਉਹਨਾਂ ਨੂੰ ਇੱਕ ਫੀਮੇਲ ਪ੍ਰੈਜ਼ੈਂਸ ਤੋਂ ਮਿਲਦੀ ਹੈ, ਉਸ ਕਰਕੇ ਸਾਰੇ ਪਾਸੇ ਹੀ ਮੈਨੂੰ ਲੱਗਦਾ ਮਤਲਬ ਹਰ ਚੀਜ਼ 'ਚ ਗਰਲਸ ਆਰ ਇਨ ਦ ਫੋਰਫਰੰਟ। ਮਤਲਬ ਦੇ ਆਰ ਗਿਵਨ देयर ਐਡਿਕੁਏਟ ਸਪੇਸ। ਮੈਨੂੰ ਲੱਗਦਾ ਸਾਡਾ ਸਮਾਜ ਉਸ ਇੱਕ ਇਨਹਿਬਿਸ਼ਨ ਤੋਂ ਨਿਕਲ ਚੁੱਕਾ ਹੈ ਤੇ ਜਿੱਥੇ-ਜਿੱਥੇ ਕੁੜੀਆਂ ਪਾਵਰਫੁਲ ਪੋਜੀਸ਼ਨ 'ਚ ਹੁੰਦੀਆਂ ਉਸ ਨਾਲ ਹੋਰ ਇਸ ਸੋਚ ਨੂੰ ਅੱਗੇ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਇਸ 'ਚ ਨਹੀਂ ਹੋਣ ਦੇਣਾ। ਜੇ ਮੈਂ ਤੁਹਾਨੂੰ ਦੱਸਿਆ ਕਿ ਯੂਨੀਫਾਰਮ ਦੇ ਵਿੱਚ ਨਾ ਦੇयर इज़ नो ਸੈਗਰੀਗੇਸ਼ਨ ਐਜ਼ ਸੱਚ। ਸੋ ਆਈ ਫੀਲ ਕਿ ਉਹ ਕਿਸੇ ਵੀ ਉਸ 'ਚ ਨਹੀਂ ਹੁੰਦਾ। ਹੁਣ ਅਸੀਂ ਤੇ ਲੱਭ-ਲੱਭ ਕੇ ਲਿਆਉਂਦੇ ਹਾਂ ਕਿ ਜੀ ਕੁੜੀਆਂ ਨੂੰ ਐਸਐਚਓ ਲਾਣਾ ਹੈ, ਕਿ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਜ਼ਿਆਦਾ ਹੈਗਾ, ਸੋ ਵੀ ਵਾਂਟ ਯੂ ਐਜ਼ ਐਸਐਚਓਜ਼, ਜੀ ਵੀ ਵਾਂਟ ਯੂ ਐਜ਼ ਏਸੀਪੀਜ਼ ਹੀਅਰ। ਸੋ आई थिंक अपनी सोसाइटी उस मुताबिक प्रोग्रेस कर रही है। And ma'am, do you have any idea on the numbers? How many women, like what percentage of women are there in Punjab Police? Do we have any idea on that? I will not have exact numbers, but ਸਾਡੀ ਹਰੇਕ ਰਿਕਰੂਟਮੈਂਟ 'ਚ ਰਹਿੰਦੀ ਹੈ, ਜਿਵੇਂ ਗਵਰਨਮੈਂਟ ਵੱਲੋਂ ਵੀ ਹੈ ਕਿ there should be a 1/3 kind of a thing there. So ਉਹ ਹਰ ਰਿਕਰੂਟਮੈਂਟ 'ਚ ਫੋਲੋ ਕੀਤੀ ਜਾ ਰਹੀ ਹੈ। All new recruitments across, at least I can speak of police department. Great. So, ma'am, we're on to the last section, which is also my favorite. I call it the uncomfortable corner because we're going to talk about things that can truly make a difference, and we're going to ask questions that challenge the status quo. So, men and women still have it a little different in India, especially. Things are improving, things are getting better, but there are still areas where we need to, or miles that we need to still cover in terms of gender equality. So my first question around that would be, in your whole experience, have you ever noticed any situation, maybe with you or maybe around you, where a male counterpart was being given more credibility or more authority just for being a man? Not exactly. Not exactly. I think I've always tried to put my point forth very, very strongly. Ki behind the scenes, I can't say, but in front, no. Okay. And what about mansplaining? Has that happened to you? Does that happen to you? And if it does, how do you tackle that, especially if it's happening from someone who's junior or less experienced? Come again on that. Mansplaining. So it's basically when a man explains for you. So I'm asking you a question and then just a man would step in and answer for you. Yeah, I don't like it at all. Exactly. I don't like it at all. Yeah. So does that happen? It does. It does. It does. It does. But yes, I don't like it, and I think थोड़े टाइम नाले पता भी लग गया कि अच्छा नहीं बोलना। No. So do you I let don't them? बोलना। Do you let them, or do you own up and No, I own up. yourself? Yeah. I own up. I don't like that. Yeah. Right. I think जिन्ना positions ਅਸੀਂ ਹੁੰਦੇ ਆ ਨਾ, people want to hear even seniors and others,
ਉਹ ਸਾਡੇ ਤੋਂ ਸਾਡਾ ਪਰਸਪੈਕਟਿਵ ਜਾਣਨਾ ਚਾਹੁੰਦੇ ਆ। ਹੁੰਦਾ ਸੀ ਪਹਿਲਾਂ ਇਸ ਤਰ੍ਹਾਂ, ਬਟ ਫਿਰ ਹੌਲੀ-ਹੌਲੀ ਯੂ ਮੇਕ ਯੂਰ ਓਨ ਸਪੇਸ ਐਂਡ ਆਈ ਐਮ ਸ਼ੋਰ ਕਿ ਕਈ ਇਸ ਚੀਜ਼ ਨੂੰ ਫੇਸ ਵੀ ਕਰਦੇ ਹੋਣਗੇ, ਫੀਲ ਵੀ ਕਰਦੇ ਹੋਣਗੇ, ਬਟ I think these are initial hiccups and nobody likes it, I can say that. Right. So the last question, ma'am, in the end, I'd just like to take a message from you. So let's say there's a young girl out there who wants to grow up and wear the uniform. What is the one thing you want her to know that you wish somebody would have told you as well when you were growing up? Yeah, I would say कि ਆਪਣੇ ਆਪ ਤੇ ਪੂਰਾ ਵਿਸ਼ਵਾਸ ਰੱਖੋ। You have lot of strengths inside ਜਿਹੜੀਆਂ ਤੁਹਾਨੂੰ ਖੁਦ ਨਹੀਂ ਪਤਾ ਕਿ ਤੁਹਾਡੇ ਵਿੱਚ ਹੈਗੀਆਂ। ਮਤਲਬ ਐਂਡ lot of confidence ਕਿ ਤੁਸੀਂ ਕਿਸੇ ਵੀ ਸਿਚੁਏਸ਼ਨ 'ਚ ਹੋਵੋਗੇ, you will wriggle out of that. ਤੁਸੀਂ ਉਸ 'ਚੋਂ ਨਿਕਲ ਆਓਗੇ ਤੇ ਬਹੁਤ ਅੱਛੀ ਤਰ੍ਹਾਂ ਨਿਕਲ ਆਓਗੇ ਕਿ ਸਾਰੇ ਤੁਹਾਡੇ ਆਸ-ਪਾਸ ਦੇ ਤੁਹਾਨੂੰ ਉਸ ਚੀਜ਼ 'ਚ ਦਿਖਣਗੇ। ਪਰ ਕਈ ਵਾਰ ਮੌਕੇ ਤੇ ਸਾਨੂੰ ਉਸ ਚੀਜ਼ ਦਾ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਕਿ ਅੱਛਾ ਇਹ ਹੋ ਜਾਏਗਾ ਮੇਰੇ ਤੋਂ। ਸੋ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਸ਼ੱਕ-ਸ਼ਬਾ ਨਹੀਂ ਰੱਖਣਾ, ਸਭ ਕੁਝ ਹੋ ਜਾਏਗਾ। ਤੁਸੀਂ ਸ਼ੁਰੂਆਤ ਹੀ ਵਿਸ਼ਵਾਸ ਤੋਂ ਕਰੋ, ਸ਼ੁਰੂਆਤ ਵਿਸ਼ਵਾਸ ਤੋਂ ਕਰਦੇ ਹੋ, ਯੂ ਆਰ confident that you will give efforts, results follow. ਬਟ ਉਹ ਸਾਡਾ ਕਈ ਵਾਰ ਨਾ ਵਿਸ਼ਵਾਸ ਹਿਲ-ਜੁਲ ਜਿਹਾ ਜਾਂਦਾ ਹੈ। ਸੋ ਉਹ ਆਪਣੇ ਆਪ ਨੂੰ ਫਿਰ ਦੁਬਾਰਾ ਰੀਓਰੀਐਂਟ ਕਰ ਲਓ ਵੀ ਨਹੀਂ ਜੀ, ਆਪਾਂ ਕਰ ਲੈਣਾ ਹੈ, ਸਾਡੇ ਤੋਂ ਹੋ ਜਾਣਾ ਹੈ, ਅਸੀਂ ਕਰਨਾ ਹੈ। ਸੋ ਉਹ ਵਿਸ਼ਵਾਸ ਜ਼ਰੂਰ ਬਣਿਆ ਰਹਿਣਾ ਚਾਹੀਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਹਰੇਕ ਬੱਚੀ ਨੂੰ ਇਹ ਜਿਸ ਵੀ ਸਿਚੁਏਸ਼ਨ 'ਚ ਹੈ, ਮਤਲਬ ਚਾਹੇ ਉਹ ਸਕੂਲ ਟੀਚਰ ਹੈ, ਚਾਹੇ ਉਹ ਨਵੇਂ ਅਪੁਆਇੰਟਡ ਜੁਡੀਸ਼ੀਅਲ ਮੈਜਿਸਟ੍ਰੇਟ ਹੈ, ਮਤਲਬ ਕਿਸੇ ਵੀ ਸਿਚੁਏਸ਼ਨ 'ਚੋਂ ਹੈਗੇ ਆ, ਅਗਰ ਉਹ ਆਪਣੀ ਇਸ ਤੋਂ ਚੱਲਣਗੇ ਤੇ ਉਹਨਾਂ ਨੂੰ ਬਹੁਤ ਲੋਕ ਮਿਲ ਜਾਣਗੇ ਜੋ ਉਹਨਾਂ ਨੂੰ ਸਪੋਰਟ ਕਰਨਗੇ। ਫੈਮਿਲੀ ਇਜ਼ ਦੇਅਰ, ਯੋਰ ਫਰੈਂਡ ਸਰਕਲ ਇਜ਼ ਦੇਅਰ, ਪਰ ਅਸੀਂ ਕਈ ਵਾਰੀ ਉਹਨਾਂ ਨੂੰ ਪੁੱਛਣਾ, ਉਹਨਾਂ ਨਾਲ ਗੱਲ ਕਰਨਾ ਛੱਡ ਦਿੰਦੇ ਆ। ਸੋ ਆਪਣੇ ਅੰਦਰ ਹੀ ਉਸ ਚੀਜ਼ ਨੂੰ ਰੱਖ ਲੈਂਦੇ ਆ। ਸੋ ਮੈਨੂੰ ਲੱਗਦਾ ਕਿ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ, ਮਤਲਬ ਸ਼ੁਰੂਆਤ ਹੀ ਆਪਣੇ ਵਿਸ਼ਵਾਸ ਤੋਂ ਹੋਣੀ ਚਾਹੀਦੀ ਹੈ, ਰੈਸਟ ਐਵਰੀਥਿੰਗ ਫਾਲਸ। Perfect. Thank you, ma'am. Thank you so much for your time. Thank you for joining us on Scoop Up with Khyati. Today's conversation wasn't just about a uniform or a title, it was about pushing boundaries, breaking patterns, and choosing courage over convention. Until next time, keep questioning roles, keep owning your story, and keep scooping out the truth, one uncomfortable conversation at a time.